आप लिहो तुम कथा सुधारी। सतनाम श्री वाहिगुरु साहिब जी। अड़ल गुर सुत मोहन जहाँ चुबारे मैं रहा, तिस नीचे जो गरी जाए तह ठार लहे। भूतल बैठे आप सिख तब देख कै, हो दौरे आसन लैन सो बिस्म बिसेख कै। वाहिगुरु जी का खालसा वाहिगुरु जी की फतेह। गुरु रूप गुरु खालसा साध संगत जी, सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣਾ ਮਨੁੱਖੀ ਜੀਵਨ, ਆਪਣਾ ਕੀਮਤੀ ਸਮਾਂ ਸਫਲਾ ਕਰ ਰਹੇ ਹੋ। ਗੁਰਬਾਣੀ ਦੇ ਸੋਧਾ ਰਹਿਰਾਸ ਸਾਹਿਬ ਦੇ ਪਾਠ ਤੇ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਗੁਰੂ ਦਰਬਾਰ ਵਿਖੇ ਚੱਲ ਰਹੀ ਹੈ, ਇਸ ਲੜੀਵਾਰ ਕਥਾ ਨਾਲ ਜੁੜੀਏ। ਸਤਿਗੁਰੂ ਗਰੀਬ ਨਿਵਾਸ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਪੋਥੀਆਂ ਲੈਣ ਵਾਸਤੇ ਸ੍ਰੀ ਗੋਇੰਦਵਾਲ ਸਾਹਿਬ ਗਏ ਹਨ। ਸੂਹ ਸੰਗਤਾਂ ਸਮੇਤ ਜਾ ਕੇ ਬੌਲੀ ਸਾਹਿਬ ਦਾ ਇਸ਼ਨਾਨ ਕੀਤਾ, ਦਰਸ਼ਨ ਕੀਤੇ, ਜਪਜੀ ਸਾਹਿਬ ਦਾ ਪਾਠ ਕੀਤਾ। ਜਦੋਂ ਨੇਤਰ ਬੰਦ ਕਰਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਧਰਿਆ ਤੇ ਸਾਹਮਣੇ ਗੁਰੂ ਅਮਰਦਾਸ ਸਾਹਿਬ ਦਾ ਸਰੂਪ ਆ ਗਿਆ। ਗੁਰੂ ਅਮਰਦਾਸ ਸਾਹਿਬ ਜੀ ਧਿਆਨ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਦਰਸ਼ਨ ਦੇ ਕੇ ਕਹਿਣ ਲੱਗੇ ਕਿ ਤੁਸੀਂ ਜਿਸ ਕਾਰਜ ਲਈ ਆਏ ਹੋ ਇਹ ਕਾਰਜ ਸਫਲ ਹੋਵੇਗਾ। ਇਹ ਬਹੁਤ ਵੱਡਾ ਪਰਉਪਕਾਰ ਦਾ ਕਾਰਜ ਹੈ ਜੋ ਦੁਨੀਆ ਦੇ ਭਲੇ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ ਹੈ। ਪੋਥੀਆਂ ਤੁਹਾਨੂੰ ਬਾਬਾ ਮੋਹਣ ਦੇ ਦੇਵੇਗਾ, ਪਰ ਨਿਮਰਤਾ ਰੱਖਿਆ ਜੇ, ਕਿਉਂਕਿ ਉਹਦਾ ਸੁਭਾਅ ਕਰੜਾ ਹੈ। ਜੇ ਕੋਈ ਬੋਲ ਕਬੋਲ ਵੀ ਬੋਲੇ ਤਾਂ ਗੁੱਸਾ ਨਹੀਂ ਕਰਨਾ ਤੇ ਉਹਦੇ ਕੋਲੋਂ ਪੋਥੀਆਂ ਲੈਣੀਆਂ ਹਨ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਇਸ ਤਰ੍ਹਾਂ ਕਿਰਪਾ ਕਰਕੇ ਅੰਤਰ ਧਿਆਨ ਹੋ ਗਏ ਨੇ। ਉਸ ਤੋਂ ਬਾਅਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਚੁਬਾਰਾ ਸਾਹਿਬ ਵੱਲ ਚੱਲੇ ਹਨ। ਉਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਸਤ ਮੋਹਨ ਜਹਾਂ ਚੁਬਾਰੇ ਮੈਂ ਰਹਾ, ਜਿੱਥੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਣ ਜੀ ਚੁਬਾਰਾ ਸਾਹਿਬ ਚ ਰਹਿੰਦੇ ਹਨ। ਤਿਸ ਨੀਚੇ ਜੋ ਗਰੀ ਜਾਏ ਤਿਹ ਠਾਂ ਲਹੇ। ਜਿੱਥੇ ਚੁਬਾਰਾ ਸਾਹਿਬ ਦੇ ਸਾਹਮਣੇ ਜੋ ਗਲੀ ਹੈ, ਉਸ ਗਲੀ ਦੇ ਵਿੱਚ ਪੁੰਜੇ ਜਾ ਕੇ ਗੁਰੂ ਅਰਜਨ ਦੇਵ ਜੀ ਬੈਠ ਗਏ ਹਨ। ਭੂਤਲ ਬੈਠੇ ਆਪ ਸਿੱਖ ਤਬ ਦੇਖ ਕੇ, ਮਹਾਰਾਜ ਜੀ ਪੁੰਜੇ ਹੀ ਜ਼ਮੀਨ ਦੇ ਉੱਤੇ ਹੀ ਗਲੀ ਦੇ ਵਿੱਚ ਚੌਂਕੜਾ ਲਾ ਕੇ ਗੁਰੂ ਅਰਜਨ ਦੇਵ ਜੀ ਬੈਠ ਗਏ ਹਨ। ਉਹ ਦੌਰੇ ਆਸਨ ਲੈਣ ਸੋ ਬਿਸਮ ਬਿਸੇਖ ਕੇ। ਤਾਂ ਜਦੋਂ ਸਿੱਖਾਂ ਨੇ ਵੇਖਿਆ ਵੀ ਗੁਰੂ ਅਰਜਨ ਦੇਵ ਜੀ ਜ਼ਮੀਨ ਤੇ ਹੀ ਬੈਠਣ ਲੱਗੇ ਹਨ, ਤਾਂ ਸਿੱਖ ਦੌੜੇ ਹਨ ਵੀ ਗੁਰੂ ਸਾਹਿਬ ਵਾਸਤੇ ਕੋਈ ਆਸਣ, ਮੰਜਾ, ਕੋਈ ਪੀੜਾ ਲੈ ਕੇ ਆਈਏ, ਏਦਾਂ ਜ਼ਮੀਨ ਤੇ ਨਾ ਬੈਠਣ ਸਤਿਗੁਰੂ ਜੀ। ਸਫੈ ਗਲੀਚੇ ਆਦ ਜੋ ਲਿਆਏ ਬਿਛਾਵਨੇ। ਉਸੇ ਵੇਲੇ ਸਿੱਖ ਬੜੇ ਸੁੰਦਰ ਗਲੀਚੇ, ਸੋਹਣੀਆਂ ਦਰੀਆਂ, ਚਾਦਰਾਂ, ਬਿਸਤਰੇ ਲੈ ਆਏ ਵੀ ਗੁਰੂ ਸਾਹਿਬ ਜੀ ਨੂੰ ਬਿਸਤਰੇ ਉੱਤੇ ਬਿਠਾਈਏ। ਮਰਦਲ ਬਾਕ ਕਹਿ ਸਭਨ ਕਰੇ ਸੋ ਹਟਾਵਨੇ। ਮਹਾਰਾਜ ਨੇ ਸਾਰਿਆਂ ਨੂੰ ਪ੍ਰੇਮ ਨਾਲ ਕਿਹਾ, ਨਾ ਭਾਈ ਅਸੀਂ ਬਿਸਤਰੇ ਤੇ ਨਹੀਂ ਬੈਠਣਾ, ਅਸੀਂ ਮੰਜੇ ਤੇ ਨਹੀਂ ਬੈਠਣਾ, ਅਸੀਂ ਅੱਜ ਮੰਗਤੇ ਬਣ ਕੇ ਆਏ ਹਾਂ ਗੁਰੂ ਅਮਰਦਾਸ ਦੇ ਦਰਵਾਜ਼ੇ ਤੇ। ਅਸੀਂ ਇੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਵਿਖਾਵਾ ਨਹੀਂ ਕਰਨਾ, ਆਪਣੀ ਮਾਣ, ਇੱਜ਼ਤ, ਵਡਿਆਈ ਦਾ ਨਿਮਾਣੇ ਹੋ ਕੇ ਆਪਣੇ ਗੁਰਦੇਵ ਦੇ ਅਸਥਾਨ ਤੋਂ ਬਖਸ਼ਿਸ਼ ਲੈਣੀ ਹੈ। ਹਾਂਜੀ। ਤੰਬੂਰਾ ਸੁਰ ਠਾਨ ਲਗੇ ਪੁਨ ਗਾਵਨੇ। ਫਿਰ ਆਪਣਾ ਹੱਥ ਵਿੱਚ ਜੋ ਸਾਜ਼ ਸੀ ਉਸ ਵੇਲੇ ਤੰਬੂਰਾ ਫੜਿਆ ਹੋਇਆ ਸੀ, ਤੰਬੂਰੇ ਨੂੰ ਸੁਰ ਕਰਕੇ ਸੱਚੇ ਪਾਤਸ਼ਾਹ ਜੀ ਗੌੜੀ ਰਾਗ ਦੇ ਕੀਰਤਨ ਕਰਨ ਲੱਗ ਪਏ ਹਨ। ਚੁਬਾਰੇ ਸਾਹਿਬ ਦੀ ਗਲੀ ਵਿੱਚ ਬੈਠੇ ਹਨ, ਕੋਈ ਥੱਲੇ ਚਾਦਰ ਕੱਪੜਾ ਨਹੀਂ ਵਿਛਾਇਆ ਤੇ ਬੜੀ ਨਿਮਰਤਾ ਨਾਲ ਜ਼ਮੀਨ ਤੇ ਬੈਠੇ ਗੁਰੂ ਅਰਜਨ ਦੇਵ ਜੀ ਗਾਣ ਲੱਗੇ ਹਨ ਗੁਰਬਾਣੀ। ਹੋ ਗੌੜੀ ਰਾਗ ਅਲਾਪ ਮਦਰ ਸੁਰ ਭਾਵਨੇ। ਗੌੜੀ ਰਾਗ ਬੜੀ ਮਿੱਠੀ ਸੁਰ ਵਿੱਚ ਅਲਾਪਣਾ ਸ਼ੁਰੂ ਕੀਤਾ ਹੈ। ਦੋਹਰਾ ਸ਼ਬਦ ਬਨਾਵਤ ਜਾਤ ਹੈ। ਨਾਲ ਨਾਲ ਗੌੜੀ ਰਾਗ ਉਚਾਰਨ ਕਰਕੇ ਗਾਇਨ ਕਰ ਰਹੇ ਨੇ, ਸ਼ਬਦ ਬਣਾ ਰਹੇ ਨੇ। ਗੌੜੀ ਮਹੱਲਾ ਪੰਜਵਾਂ। ਹਾਂਜੀ।
ਗਾਵਤ ਗੌੜੀ ਰਾਗ। ਗੌੜੀ ਰਾਗ ਗਾ ਰਹੇ ਨੇ, ਗੌੜੀ ਰਾਗ ਵਿੱਚ ਹੀ ਸ਼ਬਦ ਪੜ੍ਹ ਰਹੇ ਨੇ। ਕਬ ਉੱਚੀ ਧੁਨ ਹੋਤ ਹੈ, ਕਦੀ ਉੱਚੀ ਧੁਨ ਵਿੱਚ ਗਾਉਂਦੇ ਹਨ, ਕਬ ਧੁਨ ਸਹਿਜ ਲਾਗ। ਕਦੀ ਮਿੱਠੀ ਮਿੱਠੀ ਸੁਰੀਲੀ ਧੁਨ ਥੱਲੇ ਵਾਲੀ ਸੁਰਾਂ ਲਾਉਂਦੇ ਹਨ। ਗੌੜੀ ਮਹੱਲਾ ਪੰਜਵਾ। ਇਹ ਸ਼ਬਦ ਪੜ੍ਹ ਰਹੇ ਨੇ, ਗੌੜੀ ਮਹੱਲਾ ਪੰਜਵਾਂ। ਇਹ ਗਾ ਰਹੇ ਨੇ ਗੁਰੂ ਅਰਜਨ ਦੇਵ ਜੀ। ਮੋਹਨ ਤੇਰੇ ਉੱਚੇ ਮੰਦਰ, ਮੋਹਨ ਤੇਰੇ ਉੱਚੇ ਮੰਦਰ। ਇਹਨੂੰ ਸਲੇਸ਼ ਅਲੰਕਾਰ ਕਹਿੰਦੇ। ਸਾਧ ਸੰਗਤ ਜੀ, ਇੱਕੋ ਸ਼ਬਦ ਦੇ ਦੋ ਅਰਥ, ਦੋ ਪਾਸੇ ਗੱਲ ਜਾਂਦੀ ਹੋਵੇ। ਇੱਕ ਪਾਸੇ ਅਕਾਲ ਪੁਰਖ ਨੂੰ ਮੋਹਨ ਕਿਹਾ ਹੈ, ਜਿਹੜਾ ਸਾਰਿਆਂ ਤੋਂ ਉੱਚਾ ਹੈ, ਉਹਦੇ ਮੰਦਰ ਉੱਚੇ ਹਨ। ਦੂਜੇ ਪਾਸੇ ਬਾਬਾ ਮੋਹਨ ਜੀ ਨੂੰ ਉਹਦੇ ਵਿੱਚ ਮੋਹਨ ਤੇਰੇ ਉੱਚੇ ਮੰਦਰ। ਇਹ ਸਲੇਸ਼ ਅਲੰਕਾਰ ਹੈ। ਜਿਹੜੇ ਅਲੰਕਾਰਾਂ ਦੇ ਗਿਆਤਾ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਕਿਸ ਤਰ੍ਹਾਂ ਅਰਥ ਸਾਧ ਸੰਗਤ ਇੱਕੋ ਪੰਕਤੀ ਦੇ ਕਿੰਨੇ ਕਿੰਨੇ ਬਣ ਜਾਂਦੇ ਹਨ। ਅੱਜ ਕੱਲ੍ਹ ਕਈ ਲੋਕ ਇਹ ਸ਼ੰਕਾ ਕਰਦੇ ਜੀ ਇੱਕੋ ਪੰਕਤੀ ਦਾ ਇੱਕੋ ਹੀ ਅਰਥ ਹੋ ਸਕਦਾ ਹੈ। ਇਹ ਬਿਲਕੁਲ ਕਿਸੇ ਪੁਰਾਤਨ ਸੰਪਰਦਾਇ ਦੀ ਟਕਸਾਲ ਦੀ ਵਿਚਾਰਧਾਰਾ ਨਹੀਂ ਹੈ। ਆ ਜਿਹੜੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜੰਮੇ ਹਨ ਪ੍ਰੋਫੈਸਰ, ਉਹਨਾਂ ਦੀ ਸੋਚ ਹੈ, ਪਰ ਇਹ ਉਹਨਾਂ ਦੀ ਸੋਚ ਹੋ ਸਕਦੀ ਹੈ। ਇਹ ਪੁਰਾਤਨ ਵਿਦਿਆ ਜਿਹੜੀ ਹੈ, ਬਹੁਤ ਵੱਡੇ ਖਜ਼ਾਨੇ ਹਨ ਵਿਦਿਆ ਦੇ, ਅਲੰਕਾਰਾਂ ਦੇ, ਗ੍ਰਾਮਰ ਦੇ, ਉਹਨਾਂ ਦੇ ਅਨੁਸਾਰ ਇਹ ਵਿਚਾਰ ਨਹੀਂ ਹੈ। ਸੋ ਮੋਹਨ ਦੇ ਅਰਥ ਦੋ ਹਨ ਇੱਥੇ। ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜੋਤੀ ਸਰੂਪ ਸਾਰੀ ਸ੍ਰਿਸ਼ਟੀ ਨੂੰ ਮੋਹਣ ਵਾਲਾ ਹੈ। ਮਾਇਆ ਨੂੰ ਵੀ ਉਸਨੇ ਮੋਹਿਤ ਕੀਤਾ ਹੋਇਆ ਹੈ। ਜਿਹੜਾ ਸਭ ਨੂੰ ਮੋਹ ਲੈਂਦਾ ਹੈ ਉਹ ਪਰਮੇਸ਼ਰ ਹੈ। ਅਤੇ ਬਾਬਾ ਮੋਹਨ ਜੀ ਉਹਦੀ ਭਗਤੀ ਕਰਦੇ ਹਨ। ਬਾਬਾ ਮੋਹਨ ਜੀ ਦੇ ਵਿੱਚ ਵੀ ਉਸ ਮੋਹਨ ਦੀ ਜੋਤ ਹੈ। ਸੋ ਗੁਰੂ ਸਾਹਿਬ ਜੀ ਇੱਥੇ ਮੋਹਨ ਤੇਰੇ ਉੱਚੇ ਮੰਦਰ ਕਹਿ ਕੇ ਜਿੱਥੇ ਬਾਬਾ ਮੋਹਨ ਜੀ ਦੀ ਉਸਤਤ ਕਰ ਰਹੇ, ਉੱਥੇ ਅਕਾਲ ਪੁਰਖ ਦੀ ਉਸਤਤ ਵੀ ਵਿੱਚ ਹੀ ਕਰ ਰਹੇ ਹਨ। ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰ ਸ਼ਬਦਾ ਅਲੰਕਾਰ ਵਿੱਚ ਇਹਦੇ ਬਾਰੇ ਵਿਸ਼ੇਸ਼ ਵਿਚਾਰ ਦਿੱਤੀ ਹੋਈ ਹੈ। ਹਾਂਜੀ। ਮਹਿਲ ਅਪਾਰਾ। ਹੇ ਮੋਹਨ ਜੀ, ਤੁਹਾਡੇ ਮਹਿਲ ਅਪਰੰਪਾਰ ਹਨ। ਭਾਵ ਜਿਹੜੇ ਦਸਮ ਦੁਆਰ ਰੂਪੀ ਮਹਿਲ ਵਿੱਚ ਤੁਸੀਂ ਰਹਿੰਦੇ ਹੋ ਉਹ ਬੜੇ ਉੱਚੇ ਮਹਿਲ ਹਨ। ਸੰਸਾਰ ਤੋਂ ਪਰੇ ਦੀ ਗੱਲ ਹੈ, ਜਿੱਥੇ ਸੰਸਾਰੀਆਂ ਦੀ ਬਿਰਤੀ ਨਹੀਂ ਜਾ ਸਕਦੀ, ਸੰਸਾਰੀਆਂ ਦੀ ਸੋਚ ਨਹੀਂ ਜਾ ਸਕਦੀ। ਦਸਮ ਸਥਾਨ ਕੇ ਸਮਾਨ ਕੌਣ ਭੌਨ ਕਹੋ। ਭਾਈ ਗੁਰਦਾਸ ਜੀ ਕਹਿੰਦੇ ਦਸਮ ਦੁਆਰ ਵਰਗਾ ਕਿਹੜਾ ਸਥਾਨ ਕਹੀਏ, ਕਿਹੜਾ ਭਵਨ ਕਹੀਏ। ਜਿੰਨੇ ਸੰਸਾਰ ਦੇ ਭਵਨ ਹਨ ਇਹ ਮਾਇਆ ਦੇ ਹਨ। ਦਸਮ ਦੁਆਰ ਦਾ ਜਿਹੜਾ ਸਥਾਨ ਹੈ ਮਾਇਆ ਤੋਂ ਪਰੇ ਹੈ। ਭਾਈ ਸਾਹਿਬ ਜੀ ਕਹਿੰਦੇ ਦਸਮ ਸਥਾਨ ਕੇ ਸਮਾਨ ਕੌਣ ਭਵਨ ਕਹੋ। ਕਿਹੜਾ ਭਵਨ ਕਹਾਂ ਵੀ ਦਸਮ ਦੁਆਰ ਵਰਗਾ ਹੈ, ਭਾਵ ਕੋਈ ਵੀ ਨਹੀਂ ਹੈ। ਉੱਥੇ ਬਾਬਾ ਮੋਹਨ ਜੀ ਦੀ ਅਵਸਥਾ ਪਹੁੰਚੀ ਹੋਈ ਹੈ। ਅਪਰੰਪਾਰ, ਜਿੱਥੇ ਨਹੀਂ ਅਪੜਿਆ ਜਾ ਸਕਦਾ, ਉੱਥੇ ਅਕਾਲ ਪੁਰਖ ਨਿਰੰਕਾਰ ਦਾ ਵਾਸਾ ਹੈ। ਦਸਮ ਦੁਆਰਾ ਅਗਮ ਅਪਾਰਾ, परम पुरुष की घाटी, ऊपर हाट हाट पर आला, आले भीतर थाती। जागत रह सो कवो न सोवै, तीन त्रिलोक समाध पलोवै। गुरमुख अंतर सहज है, मन चढ़िया दसवें आकाश। तिथै ऊंघ न भुख है, हर अमृत नाम सुखवास। नानक दुख सुख व्याप्त नहीं, जिथे आत्म राम प्रकाश। ऐसी अवस्था बाबा मोहन जी दी है। हाँ जी। मोहन तेरे सोहन द्वार जियो। हे मोहन जियो, तुहाडे द्वार भी बड़े सोहने हैं, तुहाडे दरवाजे शोभा पांदे हैं, बहुत ही शोभनीक ਹਨ। संत धर्मशाला, ਤੁਹਾਡੇ ਸੰਤਾਂ ਮਹਾਂਪੁਰਸ਼ਾਂ ਦੇ ਰਹਿਣ ਵਾਲੀ ਧਰਮਸਾਲ, ਜਿੱਥੇ ਸਾਧੂ ਸੰਤ ਰਹਿੰਦੇ ਧਰਮਸਾਲ ਹੁੰਦੀ ਹੈ, ਉਹ ਬੜੀ ਸ਼ੋਭਨੀਕ ਹੈ। ਧਰਮਸਾਲ ਅਪਾਰ ਦਇਆਰ। ਧਰਮਸਾਲ ਅਪਾਰ, ਬੜੀ ਸੁੰਦਰ ਅਪਾਰ ਦਇਆਲੂ ਪ੍ਰਭੂ ਦੀ। ਦਇਆਰ ਠਾਕੁਰ ਸਦਾ ਕੀਰਤਨ ਗਾਵਹਿ। ਉੱਥੇ ਦਇਆਲ ਠਾਕੁਰ ਦਾ, ਵਾਹਿਗੁਰੂ ਦਾ ਸਦਾ ਹੀ ਕੀਰਤਨ ਪੰਜ ਸੰਤ ਜਨ ਗਾਉਂਦੇ ਹਨ। ਜਿੱਥੇ ਸਾਧੂ ਸੰਤ ਮਹਾਤਮਾ ਪਰਮੇਸ਼ਰ ਦੀ, ਵਾਹਿਗੁਰੂ ਦੀ ਉਸਤਤ ਕਰਦੇ ਹਨ, ਉਹਨੂੰ ਧਰਮਸਾਲ ਕਹਿੰਦੇ। ਸਾਧ ਸੰਗਤ ਜੀ, ਪਹਿਲਾਂ ਗੁਰਦੁਆਰੇ ਨੂੰ ਧਰਮਸਾਲ ਹੀ ਕਹਿੰਦੇ ਸੀ। ਜਿਵੇਂ ਭਾਈ ਗੁਰਦਾਸ ਜੀ ਦੇ ਬਚਨ ਨੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਆ। ਗੁਰੂ ਨਾਨਕ ਦੇਵ ਜਿੱਥੇ ਵੀ ਜਾਂਦੇ ਸੀ ਧਰਮਸਾਲ ਬਣਾਉਂਦੇ ਸੀ। ਭਾਈ ਧਰਮਸਾਲ ਬਣਾਓ, ਉੱਥੇ ਧਰਮ ਦੀ ਗੱਲ ਹੋਵੇਗੀ। ਧਰਮਸਾਲ ਦਾ ਧਰਮ ਦਾ ਘਰ।
ਸੋ ਜਿੱਥੇ ਪਰਮਾਤਮਾ ਦੀ ਵਾਹਿਗੁਰੂ ਦੀ ਸਿਫਤ ਸਲਾਘਾ ਹੁੰਦੀ ਹੈ, ਜਹ ਸਾਧ ਸੰਤ ਇਕੱਤਰ ਹੋਵਹਿ, ਜਿੱਥੇ ਸਾਧੂ ਸੰਤ ਮਹਾਤਮਾ ਇਕੱਤਰ ਹੁੰਦੇ ਹਨ, ਤਹ ਤੁਝੈ ਧਿਆਵਹਿ, ਉੱਥੇ ਅਕਾਲ ਪੁਰਖ ਵਾਹਿਗੁਰੂ ਮੋਹਨ ਜੀ ਤੁਹਾਨੂੰ ਹੀ ਧਿਆਨਦੇ ਹਨ, ਤੁਹਾਡਾ ਹੀ ਸਿਮਰਨ ਕਰਦੇ ਹਨ। ਕਰ ਦਇਆ ਮਇਆ ਦਿਆਲ ਸੁਆਮੀ, ਹੇ ਮੇਰੇ ਵਾਹਿਗੁਰੂ ਦਇਆ ਕਰੋ, ਮਿਹਰ ਕਰੋ, ਰਹਿਮਤ ਕਰੋ, ਬਖਸ਼ਿਸ਼ ਕਰੋ ਸੁਆਮੀ ਜੀ। ਉਹ ਦੀਨ ਕਿਰਪਾਰਾ, ਦੀਨਾਂ ਉੱਤੇ ਕਿਰਪਾ ਕਰੋ, ਅਸੀਂ ਨਿਮਾਣੇ ਗਰੀਬ ਬਣ ਕੇ ਤੁਹਾਡੇ ਦਰ ਤੇ ਆਏ ਹਾਂ, ਸਾਡੀ ਝੋਲੀ ਵਿੱਚ ਬਖਸ਼ਿਸ਼ਾਂ ਦੀ ਮਿਹਰਾਂ ਦੀ ਖੈਰ ਪਾਓ। ਬਿਨਵੰਤ ਨਾਨਕ ਦਰਸ ਪਿਆਸੇ, ਮਹਾਰਾਜ ਸਾਹਿਬ ਜੀ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਤੁਹਾਡੇ ਦਰਸ਼ਨਾਂ ਦੀ ਭਾਰੀ ਪਿਆਸ ਹੈ ਸਾਡੇ ਮਨ ਵਿੱਚ। ਮਿਲ ਦਰਸ਼ਨ ਸੁਖ ਸਾਰਾ, ਆਪ ਜੀ ਦੇ ਦਰਸ਼ਨਾਂ ਵਿੱਚੋਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਸ੍ਰੇਸ਼ਟ ਸੁੱਖਾਂ ਦੀ ਪ੍ਰਾਪਤੀ। ਸਾਰਾ ਪਦ ਦੇ ਦੋ ਅਰਥ ਹਨ, ਇੱਥੇ ਵੀ ਸਲੇਸ਼ ਅਲੰਕਾਰ ਹੈ। ਸਾਰਾ ਮੈਨੇ ਸਾਰੇ ਹੀ, ਬਹੁਤ ਹੀ, ਸਾਰਾ ਹੀ ਮਹਾਨ ਸੁੱਖ, ਸਾਰੇ ਸੁੱਖ ਪ੍ਰਾਪਤ ਹੋਵੇ। ਦੂਜਾ ਹੈ ਸੁਖ ਸਾਰਾ, ਜੋ ਸਾਰਿਆਂ ਤੋਂ ਸ੍ਰੇਸ਼ਟ ਸੁਖ ਹੈ, ਸਾਰ ਸ੍ਰੇਸ਼ਟ ਨੂੰ ਕਹਿੰਦੇ ਹਨ। ਸੋ ਮਹਾਰਾਜ ਜੀ ਸ੍ਰੇਸ਼ਟ ਸੁਖਾਂ ਦੀ ਪ੍ਰਾਪਤੀ ਤੁਹਾਡੇ ਦਰਸ਼ਨਾਂ ਤੋਂ ਹੁੰਦੀ ਹੈ। ਅੜਿਲ ਮੋਹਨ ਧੁਨ ਸੁਨ ਕਾਨ ਜਾਨ ਬਿਰਤਾਂਤ ਕੋ, ਇਹ ਪਹਿਲਾ ਪਦਾ ਸੀਗਾ ਸ਼ਬਦ ਦਾ, 4 ਪਦੇ ਨੇ। ਪਹਿਲਾ ਪਦਾ ਗੁਰੂ ਅਰਜਨ ਦੇਵ ਜੀ ਨੇ ਬੜੇ ਵਜਦ ਵਿੱਚ, ਬੜੇ ਪਿਆਰ ਵਿੱਚ, ਬੜੇ ਰਸ ਵਿੱਚ ਗਾਇਆ ਇਹਨੂੰ। ਇੰਨੇ ਰਸ ਵਿੱਚ ਗਾਇਆ ਵੀ ਗੁਰਬਾਣੀ ਦੀ ਇਹ ਪੰਕਤੀਆਂ, ਗੁਰਬਾਣੀ ਦੀਆਂ ਇਹ ਧੁਨਾਂ ਬਾਬਾ ਮੋਹਨ ਜੀ ਦੇ ਕੰਨਾਂ 'ਚ ਪਈਆਂ, ਚੁਬਾਰਾ ਸਾਹਿਬ ਦੇ ਅੰਦਰ ਬੈਠਿਆਂ ਦੇ। ਉਹ ਬਾਬਾ ਮੋਹਨ ਜੀ ਜਿਨ੍ਹਾਂ ਦਾ ਦਰਵਾਜ਼ਾ ਸਾਰੀ ਰਾਤ ਭਾਈ ਸਾਹਿਬ ਗੁਰਦਾਸ ਜੀ ਖੜਕਾਉਂਦੇ ਰਹੇ, ਦਰਵਾਜ਼ਾ ਨਹੀਂ ਸੀ ਖੋਲ੍ਹਿਆ। ਜਿਨ੍ਹਾਂ ਦਾ ਦਰਵਾਜ਼ਾ ਤੋੜ ਕੇ ਬਾਬਾ ਬੁੱਢਾ ਜੀ ਅੰਦਰ ਵੜੇ ਤੇ ਉਹਨਾਂ ਦੀ ਸਮਾਧੀ ਨਹੀਂ ਸੀ ਖੁੱਲੀ, ਉਹਨਾਂ ਦੇ ਕੰਨਾਂ 'ਚ ਗੁਰਬਾਣੀ ਦੀ ਧੁਨੀ ਪਹੁੰਚੀ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਹਾਂਜੀ, ਚੌਬਾਰੇ ਕੇ ਵਿਖੈ ਜੋ ਤਾਕੀ ਬਾਤ ਕੋ, ਸਾਧ ਸੰਗਤ ਜੀ ਉਸ ਚੁਬਾਰੇ ਸਾਹਿਬ ਦੇ ਵਿੱਚ ਇੱਕ ਖਿੜਕੀ ਸੀ, ਇੱਕ ਤਾਕੀ ਸੀ। ਉਹ ਕਾਹਦੇ ਵਾਸਤੇ ਸੀ? ਹਵਾ ਲੱਗਣ ਵਾਸਤੇ। ਯਾਨੀ ਜਦੋਂ ਖੋਲਣੀ ਹੋਵੇ ਖੋਲ ਲਓ, ਬੰਦ ਕਰਨੀ ਬੰਦ ਕਰ ਦਿਓ। ਤੇ ਗੁਰੂ ਅਮਰਦਾਸ ਸਾਹਿਬ ਜੀ ਉਸ ਖਿੜਕੀ 'ਚ ਖੜ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸੀਗੇ। ਇਹ ਪੁਰਾਤਨ ਸਮੇਂ ਦਾ ਬਚਨ ਹੈ, ਜਦੋਂ ਮਹਾਰਾਜ ਇੱਥੇ ਸਰੀਰ ਕਰਕੇ ਹਾਜ਼ਰ ਸਨ। ਉਸ ਤਾਕੀ ਨੂੰ ਬੰਦ ਕਰਕੇ ਬਾਬਾ ਮੋਹਨ ਜੀ ਅੰਦਰ ਬੈਠਿਆ ਕਰਦੇ ਸੀ। ਤਾਕੀ ਵੀ ਬੰਦ, ਦਰਵਾਜ਼ਾ ਵੀ ਬੰਦ। ਹਾਂਜੀ, ਸੋ ਖੋਲੀ ਤਤਕਾਲ ਗਰੀ ਦਿਸ ਮੁਖ ਕਰਿਓ, ਬਾਬਾ ਮੋਹਨ ਜੀ ਉੱਠੇ ਨੇ ਤੇ ਉਹ ਤਾਕੀ ਖੋਲੀ ਹੈ। ਪਹਿਲਾ ਸ਼ਬਦ ਸੁਣ ਕੇ, ਪਹਿਲਾ ਚੰਦ ਸੁਣ ਕੇ ਬਾਬਾ ਜੀ ਨੇ ਤਤਕਾਲ ਉੱਠ ਕੇ ਤਾਕੀ ਖੋਲੀ ਹੈ ਤੇ ਬਾਹਰ ਗਲੀ ਵੱਲ ਦੇਖਣਾ ਸ਼ੁਰੂ ਕੀਤਾ ਹੈ। ਉਹ ਸ਼੍ਰੀ ਅਰਜਨ ਦਿਸ਼ ਦੇਖ ਬਾਕ ਕੋ ਉਚਰਿਓ, ਤੇ ਸਾਹਮਣੇ ਗਲੀ 'ਚ ਦੇਖਿਆ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਭੁੰਨੇ ਜ਼ਮੀਨ ਤੇ ਬੈਠੇ ਕੀਰਤਨ ਕਰ ਰਹੇ ਨੇ। ਉਹਨਾਂ ਵੱਲ ਦੇਖ ਕੇ ਬਾਬਾ ਮੋਹਨ ਜੀ, ਜੋ ਕਿ ਗੁਰੂ ਅਰਜਨ ਦੇਵ ਜੀ ਦੇ ਸੱਕੇ ਮਾਮਾ ਜੀ ਹਨ, ਆਪਣੇ ਭਾਣਜੇ ਨੂੰ ਇਦਾਂ ਬੈਠਿਆਂ ਵੇਖ ਕੇ ਬੋਲੇ ਹਨ। ਹਾਂਜੀ, ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ, ਕਹਿਣ ਲੱਗਾ ਆ ਗਿਆ ਠੱਗਾਂ ਦਿਆ ਠੱਗਾ। ਪਹਿਲਾਂ ਤੇ ਸਾਡੇ ਪਿਤਾ ਦੇ ਕੋਲੋਂ ਤੇਰੇ ਪਿਤਾ ਨੇ ਸਾਡਾ ਹੱਕ ਖੋਹ ਲਿਆ। ਗੱਦੀ ਸਾਨੂੰ ਮਿਲਣੀ ਸੀ, ਅਸੀਂ ਗੁਰੂ ਬਣਨਾ ਸੀ, ਤੇ ਤੇਰਾ ਪਿਤਾ ਗੁਰੂ ਰਾਮਦਾਸ ਗੁਰੂ ਬਣ ਗਿਆ। ਹਾਂਜੀ, ਕੁਲ ਭਲਿਆਨ ਕੀ ਹੁਤੀ ਗੁਰੂਤਾ ਜਾਸ ਤੇ, ਕੁਲ ਭਲਿਆਨ ਕੀ ਹੁਤੀ ਗੁਰੂਤਾ ਜਾਸ ਤੇ। ਗੁਰਤਾ ਗੱਦੀ ਭਲਿਆਂ ਦੀ ਕੋਲ ਵਿੱਚ ਸੀ, ਸਾਡੇ ਕੋਲ ਸੀ, ਸਾਡੇ ਪਿਤਾ ਦੀ ਸੀ, ਅਸੀਂ ਗੁਰੂ ਬਣਨਾ ਸੀ, ਸਾਡੇ ਭਲਿਆਂ ਦੇ ਕੋਲੋਂ ਗੱਦੀ ਖੋ ਗਏ ਸੋਢੀ। ਹਾਂਜੀ, ਲੀਨਸ ਸੋਢੀ ਸੇਵ ਨਾ ਹਮ ਟਿਕ ਸੋ ਰਹੀ, ਸੋਢੀ ਨੇ ਤੇਰੇ ਪਿਤਾ ਨੇ ਸੇਵਾ ਕਰਕੇ ਗੱਦੀ ਲੈ ਲਈ, ਸਾਡੇ ਕੋਲ ਨਹੀਂ ਰਹੀ। ਹਾਂਜੀ, ਹੋ ਹੋਤੇ ਤੀਨ ਤੁਮ ਭਰਾਤ ਨਾ ਸਮਤਾ ਮਨ ਲਹੀ, ਤੇ ਫਿਰ ਤੁਸੀਂ 3 ਭਰਾ ਸੀ, ਤੁਸੀਂ ਵੀ ਵੱਡੇ ਭਰਾਵਾਂ ਨੂੰ ਕੱਢ ਕੇ ਤੇ ਆਪ ਗੁਰੂ ਬਣ ਗਏ ਹੋ, ਠਾਕੋ ਬੜੇ ਵੱਡੇ। ਇਹ ਗੱਲ ਬਾਬਾ ਮੋਹਨ ਜੀ ਕਹਿ ਰਹੇ ਨੇ। ਸਿੱਖਾਂ ਨੂੰ ਗੁੱਸਾ ਲੱਗ ਰਿਹਾ ਕਿ ਸਾਡੇ ਗੁਰੂ ਨੂੰ ਠੱਗ ਕਹਿ ਰਿਹਾ, ਤੇ ਕਹਿੰਦੇ ਸਿੱਖ ਮੇਰੇ ਵਰਗੇ ਬੜੇ ਤੱਤੇ ਹੋਏ,
ਮਹਾਰਾਜ ਇਹ ਤੁਹਾਨੂੰ ਠੱਗ ਕਹਿੰਦਾ। ਮਹਾਰਾਜ ਕਹਿੰਦੇ ਸਾਡਾ ਮਾਮਾ ਜੋ ਮਰਜ਼ੀ ਕਵੇ, ਤੁਸੀਂ ਕਿਉਂ ਬੋਲਦੇ ਹੋ? 2 ਵਾਰੀ ਮਾਂ ਕਹੀਏ ਫਿਰ ਮਾਮਾ ਬਣਦਾ ਹੈ। ਤੇ ਸਾਡੇ ਮਾਮਾ ਜੀ ਵੱਡੇ ਹਨ, ਸਾਰਿਆਂ ਦਾ ਵੱਡਾ ਇਹੀ ਹੈ ਬਜ਼ੁਰਗ ਸਾਡੇ ਵਿੱਚੋਂ। ਤੇ ਜਿਹੜਾ ਇਹ ਠੱਗ ਕਹਿ ਰਿਹਾ ਹੈ ਉਹ ਕੋਈ ਹੋਰ ਦ੍ਰਿਸ਼ਟੀ ਨਾਲ ਕਹਿ ਰਿਹਾ, ਤੁਹਾਨੂੰ ਨਹੀਂ ਪਤਾ। ਅਸਲ ਵਿੱਚ ਇੱਕ ਹੁੰਦਾ ਉਸਤਤ ਵਿਆਜ ਨਿੰਦਾ, ਇੱਕ ਹੁੰਦੇ ਨਿੰਦਾ ਵਿਆਜ ਉਸਤਤ। ਕਿਸੇ ਨੂੰ ਨਿੰਦਣਾ ਹੋਵੇ ਉਤੋਂ ਉਹਦੀ ਵਡਿਆਈ ਕਰ ਦਿਓ, ਸ਼ਾਬਾਸ਼ ਏ ਮੱਲਾ, ਬੜੀ ਬਹਾਦਰੀ ਨਾਲ ਢਹਿ ਕੇ ਆਇਆ ਤੂੰ। ਕਿਸੇ ਪਹਿਲਵਾਨ ਨੂੰ ਥਾਪੀ ਦਿੰਦਿਆਂ ਹੋਇਆ ਨਾਲੇ ਕਹਾਂ ਵਾਹ ਵਾਹ ਮੱਲਾ, ਬੜੀ ਤਗੜਾ ਤੂੰ, ਬੜੀ ਬਹਾਦਰੀ ਨਾਲ ਢਹਿ ਕੇ ਆਇਆ। ਨਾਲੇ ਸ਼ਾਬਾਸ਼ ਕਹਿਣਾ, ਨਾਲੇ ਢਹਿ ਕੇ ਆਇਆ। ਉਹ ਹੁੰਦੀ ਹੈ ਉਸਤਤ ਵਿਆਜ ਨਿੰਦਾ। ਉੱਤੋਂ ਦੇ ਉਹਦੀ ਉਸਤਤ ਕਰ ਰਹੇ, ਵਾਹ ਵਾਹ ਮੁੰਡਾ ਬੜਾ ਤਗੜਾ, ਕਹਿੰਦੇ 16 ਪ੍ਰਸ਼ਾਦੇ ਇਕੱਲਾ ਹੀ ਖਾ ਜਾਂਦਾ। ਉੱਤੋਂ ਦੇ ਉਹ ਕਹਿੰਦੇ ਵੀ ਵਡਿਆਈ ਹੋ ਰਹੀ ਹੈ ਵੀ ਬੜਾ ਤਗੜਾ 16 ਪ੍ਰਸ਼ਾਦੇ ਖਾ ਜਾਂਦਾ, ਉਹ ਵਿੱਚੋਂ ਨਿੰਦਾ ਹੋ ਰਹੀ ਲੈ ਵੀ 16 ਰੋਟੀਆਂ ਖਾ ਜਾਂਦਾ ਹੈ। ਇਸ ਤਰ੍ਹਾਂ ਇਹਨੂੰ ਕਹਿੰਦੇ ਉਸਤਤ ਵਿਆਜ ਨਿੰਦਾ। ਇੱਕ ਹੁੰਦੀ ਹੈ ਨਿੰਦਾ ਵਿਆਜ ਉਸਤਤ, ਉੱਤੋਂ ਹੁੰਦੀ ਨਿੰਦਾ, ਵਿੱਚੋਂ ਉਹਦੀ ਉਸਤਤ ਹੋ ਰਹੀ ਹੁੰਦੀ, ਉਹਦੀ ਸਿਫਤ ਹੋ ਰਹੀ ਹੁੰਦੀ ਹੈ, ਉਹਦੀ ਵਡਿਆਈ ਹੋ ਰਹੀ ਹੁੰਦੀ ਹੈ। ਬਾਬਾ ਮੋਹਨ ਗੁਰੂ ਸਾਹਿਬ ਦੀ ਉੱਤੋਂ ਤੇ ਨਿੰਦਾ ਕਰ ਰਹੇ ਨੇ ਠੱਗ ਕਹਿ ਕੇ, ਵਿੱਚੋਂ ਉਹਨਾਂ ਦੀ ਨਿੰਦਾ ਉਸਤਤ ਕਰ ਰਹੇ ਨੇ, ਕਿਉਂਕਿ ਪਰਮੇਸ਼ਰ ਨੂੰ ਗੁਰਬਾਣੀ 'ਚ ਠੱਗ ਕਿਹਾ ਹੈ। ਕਹੋ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਠੱਗਾਂ ਕੋਲ ਇੱਕ ਬੂਟੀ ਹੁੰਦੀ ਹੈ, ਉਹਨੂੰ ਠਗਬੂਰੀ ਵੀ ਕਹਿੰਦੇ ਨੇ, ਠੱਗ ਬੂਟੀ ਵੀ ਕਹਿੰਦੇ ਨੇ, ਕਲੋਰੋਫਾਰਮ ਵੀ ਕਹਿੰਦੇ ਨੇ ਅੰਗਰੇਜ਼ੀ ਵਾਲੇ। ਉਹ ਮਾੜਾ ਜਿਹਾ ਸੁੰਘਾ ਦਿਓ ਬੰਦਾ ਬੇਹੋਸ਼ ਹੋ ਜਾਂਦਾ। ਠੱਗ ਜੇਬਾਂ ਜੂਬਾਂ ਘੜੀਆਂ ਘੋੜੀਆਂ ਖਾਲੀ ਕਰਕੇ ਲੈ ਜਾਂਦੇ ਨੇ, ਉਹਨੂੰ ਕਹਿੰਦੇ ਨੇ ਠੱਗ ਮੂਰੀ ਠਗੋਰੀ। ਠੱਗਾਂ ਦੇ ਕੋਲ ਜਿਵੇਂ ਠੱਗ ਬੂਟੀ ਹੁੰਦੀ ਹੈ, ਅਕਾਲ ਪੁਰਖ ਠੱਗ ਹੈ, ਉਹਦੇ ਕੋਲ ਮਾਇਆ ਰੂਪੀ ਬੂਟੀ ਹੈ। ਉਹਨੇ ਮਾਇਆ ਸੁੰਘਾ ਦਿੱਤੀ, ਸਾਰੀ ਦੁਨੀਆ ਬੇਹੋਸ਼ ਹੋਈ ਪਈ ਹੈ। ਇਸ ਕਰਕੇ ਪਰਮੇਸ਼ਰ ਨੂੰ ਕਬੀਰ ਜੀ ਨੇ ਠੱਗ ਕਿਹਾ। ਕਹੋ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਫਿਰ ਬਾਬਾ ਮੋਹਨ ਕਹਿੰਦਾ ਸੀ ਠੱਗਾਂ ਦਿਆ ਠੱਗਾ, ਵੀ ਜਿਹੜੇ ਦੁਨੀਆ 'ਚ ਵੱਡੇ ਵੱਡੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ, ਤੇਰੀ ਮਾਇਆ ਨੇ ਉਹ ਵੀ ਠੱਗੇ ਹੋਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਯਾਨੀ ਪਰਮੇਸ਼ਰ ਰੂਪ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬਾਬਾ ਮੋਹਨ ਜੀ ਕਹਿ ਰਹੇ ਨੇ, ਉੱਤੋਂ ਕਰ ਰਹੇ ਨੇ ਨਿੰਦਾ, ਵਿੱਚੋਂ ਕਰ ਰਹੇ ਨੇ ਉਸਤਤ। ਤਾਂ ਉਹ ਕਹਿ ਰਹੇ ਨੇ ਪਹਿਲਾਂ ਤੇ ਤੁਹਾਡੇ ਪਿਤਾ ਨੇ ਸਾਡੇ ਕੋਲ ਸਭ ਕੁਝ ਠੱਗ ਲਿਆ, ਹੁਣ ਰਹਿੰਦੀ ਖਹਿੰਦੀ ਕਸਰ ਤੂੰ ਕੱਢਣ ਆ ਗਿਆ। ਹਾਂਜੀ, ਪਿਤਾ ਗਏ ਬੈਕੁੰਠ ਵਿਰੋਧ ਉਠਾਇਓ। ਪਿਤਾ ਜੀ ਚਲੇ ਗਏ, ਮੇਰੇ ਪਿਤਾ ਜੀ, ਤੇ ਤੁਸੀਂ ਤੁਹਾਡੇ ਪਿਤਾ ਜੀ ਗੁਰੂ ਬਣ ਗਏ। ਜਦੋਂ ਉਹ ਗੁਰੂ ਰਾਮਦਾਸ ਜੀ ਚਲੇ ਗਏ, ਤੁਹਾਡੇ ਭਰਾਵਾਂ ਵਿੱਚ ਵਿਰੋਧ ਹੋ ਗਿਆ, ਝਗੜਾ ਹੋ ਗਿਆ, ਪ੍ਰਿਥੀ ਚੰਦ ਨੂੰ ਕੱਢ ਦਿੱਤਾ ਤੁਸੀਂ। ਹਾਂਜੀ, ਪਾਟਕ ਘਰ ਮਹਿ ਪਾਏ ਜੋ ਕਪਟ ਕਮਾਇਓ। ਘਰ 'ਚ ਪਾਟਕ ਪਾ ਲਿਆ, ਫੁੱਟ ਪਾ ਲਈ, ਬੜਾ ਕਪਟ ਕੀਤਾ ਤੂੰ। ਹਾਂਜੀ, ਭਰਾਤਾ ਹੋ ਤੋ ਵਿਸਾਲ ਨਿਕਾਸਿਓ ਧਾਮ ਤੇ। ਵੱਡਾ ਭਰਾ ਪ੍ਰਿਥੀ ਚੰਦ ਘਰੋਂ ਕੱਢ ਦਿੱਤਾ, ਕਿਉਂਕਿ ਮਾਮਾ ਮੋਹਨ ਜੀ ਆਪਣਾ ਫਰਜ਼ ਪੂਰਾ ਕਰ ਰਹੇ ਵੀ ਮਾਮੇ ਵਾਸਤੇ ਸਾਰੇ ਭਾਣਜੇ ਬਰਾਬਰ ਜੋ ਹੋਏ। ਉਹ ਪ੍ਰਿਥੀ ਚੰਦ ਦਾ ਵੀ ਥੋੜਾ ਜਿਹਾ ਪੱਖ ਰਹੇ ਤੇ ਗੱਲਾਂ ਵਿੱਚ, ਕਹਿੰਦੇ ਉਹ ਵੱਡਾ ਭਰਾ ਘਰੋਂ ਕੱਢ ਦਿੱਤਾ ਤੁਸੀਂ। ਹਾਂਜੀ, ਹੋ ਬੈਠਿਓ ਗੁਰਬਨ ਆਪ ਨਾ ਲੀਨਸ ਸ਼ਾਮ ਤੇ। ਆਪ ਗੁਰੂ ਬਣ ਕੇ ਤੇ ਉਹਨੂੰ ਘਰੋਂ ਕੱਢ ਕੇ ਤੁਸੀਂ ਮੇਰੇ ਕੋਲ ਆ ਗਏ। ਹਾਂਜੀ, ਲਾਜ ਨਾ ਧਾਰੋ ਆਪ ਅਵੈ ਚਲ ਆਇਓ। ਹੁਣ ਸ਼ਰਮ ਨਹੀਂ ਆਈ ਮੇਰੇ ਕੋਲ ਆਉਂਦਿਆਂ, ਮੇਰਾ ਸਾਰਾ ਕੁਝ ਪਹਿਲਾਂ ਖੋਹ ਲਿਆ ਤੇ ਹੁਣ ਫੇਰ ਮੇਰੇ ਕੋਲ ਆ ਗਏ। ਹਾਂਜੀ, ਸਭ ਗੁਰਨ ਕੇ ਸ਼ਬਦ ਲੈਣ ਹਿਤ ਧਾਇਓ। ਹੁਣ ਬਾਬੇ ਮੋਹਨ ਨੂੰ ਗੁਰੂ ਅਰਜਨ ਦੇਵ ਨੇ ਆਖਿਆ ਤੇ ਨਹੀਂ ਨਾ, ਮੈਂ ਅਸੀਂ ਕਾਹਦੇ ਲਈ ਆਏ, ਆਪੇ ਹੀ ਕਹਿ ਰਿਹਾ ਮੈਨੂੰ ਪਤਾ ਕਿਉਂ ਆਏ। ਗੁਰੂਆਂ ਦੀ ਸ਼ਬਦ ਲੈਣ ਆਇਆ, ਗੁਰੂਆਂ ਦੀ ਬਾਣੀ ਲੈਣ ਆਇਆ ਮੇਰੇ ਤੋਂ। ਸਭ ਗੁਰੂਆਂ ਦਾ ਬਾਣੀ ਦਾ ਖਜ਼ਾਨਾ ਮੈਂ ਸਾਂਭੀ ਬੈਠਾ ਇੰਨੇ ਸਾਲਾਂ ਤੋਂ, ਉਹ ਵੀ ਮੇਰੇ ਤੋਂ ਲੁੱਟਣ ਆਏ, ਉਹ ਵੀ ਖੋਣ ਆਏ ਤੁਸੀਂ, ਜਿਹੜਾ ਰਹਿ ਗਿਆ ਮੇਰੇ ਕੋਲ। ਹਾਂਜੀ, ਪਰ ਯਤਨ ਕਰ ਰਹਿਓ ਨਾ ਬਸ ਕੁਛ ਚਾਲਿਓ। ਹਾਂ, ਪਹਿਲਾਂ ਗੁਰਦਾਸ ਨੂੰ ਭੇਜਿਆ ਸੀ, ਮੈਨੂੰ ਪਤਾ ਸਾਰਾ, ਫਿਰ ਬੁੱਢੇ ਨੂੰ ਭੇਜਿਆ ਸੀ, ਇੰਨੇ ਯਤਨ ਕਰਕੇ ਵੀ ਤੇਰਾ ਕੰਮ ਨਹੀਂ ਬਣਿਆ ਤੇ ਹੁਣ ਆਪ ਆ ਗਿਆ। ਹਾਂਜੀ, ਹੋ ਭੂਤਨ ਬੈਠ ਗਲੀਨ ਪਖੰਡ ਬਸਾਲਿਓ। ਹੁਣ ਧਰਤੀ ਤੇ ਬਹਿ ਕੇ ਪਖੰਡ ਕਰ ਰਿਹਾ ਜ਼ਮੀਨ ਤੇ, ਵੀ ਮੇਰਾ ਮਾਮਾ ਖੁਸ਼ ਹੋ ਜਾਏਗਾ। ਹਾਂਜੀ, ਨਿਰਗੁਣ ਬਹੀਨੋ ਲਾਜ ਨਿਸ਼ੰਕ ਸਮਾਇਆ। ਹਾਂ,
ਤੁਸੀਂ ਕੋਈ ਸ਼ਰਮ ਕਰ ਲਓ। ਗੁਰੂ ਅਰਜਨ ਸਾਹਿਬ ਜੀ ਨੂੰ ਬੜੇ ਕਰੜੇ ਬਚਨ ਕਹਿ ਰਿਹਾ, ਪਰ ਸਾਧ ਸੰਗਤ ਜੀ ਆਮ ਤੌਰ ਤੇ ਵੀ ਮਾਮੇ ਇਦਾਂ ਆਪਣੇ ਭਾਣਜਿਆਂ ਨੂੰ ਕਹਿੰਦੇ ਹੀ ਹੁੰਦੇ, ਲਗਭਗ ਕਹਿੰਦੇ ਹੁੰਦੇ, ਮਖੌਲ ਕਰਨਾ, ਉਹਨਾਂ ਨੂੰ ਕੁਝ ਨਾ ਕੁਝ ਕਰੜਾ ਬੋਲਣਾ, ਕੌੜਾ ਬੋਲਣਾ। ਤੇ ਤੂੰ ਕਹਿੰਦੇ ਸ਼ੰਕਾ ਹੀ ਨਹੀਂ ਕੀਤੀ, ਫਿਰ ਆ ਗਿਆ ਹੁਣ ਆਪ ਲੈਣ ਵਾਸਤੇ। ਹਾਂਜੀ, ਚਾਹੇ ਕਹੇ ਢੀਠ ਕਰਮ ਕਰੇ ਨਾ ਸ਼ਰਮਾਇਆ। ਹਾਂ, ਢੀਠ ਕਰਮ ਜਿੱਥੇ ਕਿੱਥੇ ਢੀਠ ਪੁਣਾ ਹੀ ਕੀਤਾ। ਪਹਿਲਾਂ ਪਿਓ ਨੇ ਕੀਤਾ, ਹੁਣ ਤੂੰ ਕੀਤਾ, ਤੇ ਖੋਣ ਆ ਗਿਆ ਮੇਰੇ ਕੋਲੋਂ ਗੁਰਬਾਣੀ ਦਾ ਖਜ਼ਾਨਾ। ਹਾਂਜੀ, ਭਿਓ ਨਾ ਜਨ ਹੈ ਤੋਹੇ ਠਗਤ ਹੈ ਜਗਤ ਕੋ। ਹਾਂ, ਲੋਕ ਤੇਰਾ ਭੇਦ ਨਹੀਂ ਜਾਣਦੇ, ਤੂੰ ਸਾਰੀ ਦੁਨੀਆ ਨੂੰ ਠੱਗਦਾ ਹੈ, ਸਾਰਾ ਜਗਤ ਠੱਗ ਲਿਆ ਤੂੰ, ਠੱਗ ਹੈ ਤੂੰ ਬੜਾ ਵੱਡਾ। ਹਾਂਜੀ, ਉਹ ਸਦਾ ਦਿਖਾਏ ਅਦੀਨ ਆਪਨ ਪਉ ਭਗਤ ਕੋ। ਤੇ ਆਪਣੇ ਆਪ ਨੂੰ ਨਿਮਾਣਾ ਬਣ ਕੇ, ਭਗਤ ਬਣ ਕੇ ਵੀ ਮੈਂ ਤੇ ਨਿਮਾਣਾ ਹੈ, ਆ ਜ਼ਮੀਨ ਤੇ ਆਸਣ ਲਾ ਲਏ ਨੇ। ਵੇਖੋ ਇਹ ਉੱਤੋਂ ਤੇ ਬਾਬਾ ਨਿੰਦਾ ਕਰ ਰਿਹਾ, ਪਰ ਵਿੱਚੋਂ ਉਹ ਜਿਹੜੇ ਪਰਮੇਸ਼ਰ ਦੇ ਗੁਣ ਨੇ ਨਾ, ਵੀ ਪਰਮੇਸ਼ਰ ਆਪਣੇ ਭਗਤਾਂ ਦੇ ਅੱਗੇ ਅਧੀਨ ਰਹਿੰਦਾ। ਮੇਰੀ ਬਾਂਦੀ ਭਗਤ ਛੁਡਾਵੇ, ਬਾਂਧੈ ਭਗਤ ਨਾ ਛੂਟੈ ਮੋਹਿ। ਇੱਕ ਸਮੇਂ ਮੌਕੋ ਗਏ ਬਾਂਧੈ ਤੋਫਨ ਮੋਪੈ ਜਵਾਬ ਨਾ ਹੋਏ। ਉਹ ਜਿਹੜੇ ਮਹਾਰਾਜ ਅਕਾਲ ਪੁਰਖ ਵਾਲੇ ਗੁਣ ਹਨ, ਉਹ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਆਰੋਪਿਤ ਕਰ ਰਿਹਾ ਵੀ ਆਹ ਗੁਣ ਨੇ ਤੇਰੇ, ਤੂੰ ਆਪਣੇ ਆਪ ਨੂੰ ਭਗਤਾਂ ਦਾ ਸੇਵਕ ਹੀ ਬਣ ਕੇ ਰਿਹਾ ਹੈ। ਹਰ ਯੁੱਗ ਦੇ ਵਿੱਚ, ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਾਂਜੀ, ਨਿੰਦਾ ਉਸਤਤ ਵਿਆਜ ਬਚਨ ਮੋਹਨ ਕਹੇ। ਨਿੰਦਾ ਉਸਤਤ ਵਿਆਜ, ਨਿੰਦਾ ਉੱਪਰੋਂ ਨਿੰਦਾ, ਪਰ ਉਹਦਾ ਵਿਆਜ ਉਸਤਤ ਹੋ ਰਹੀ, ਅੰਦਰੋਂ ਉਸਤਤ ਹੋ ਰਹੀ। ਸਾਰੇ ਗੁਣ ਜਿਹੜੇ ਨੇ ਬਾਬਾ ਮੋਹਨ ਕਹਿ ਰਹੇ ਨਾ, ਉਹ ਗੁਰੂ ਅਰਜਨ ਦੇਵ ਜੀ ਨੂੰ ਪਰਮਾਤਮਾ ਰੂਪ ਕਰਕੇ ਦਰਸਾ ਰਹੇ ਨੇ। ਸੋ ਬਾਬਾ ਮੋਹਨ ਜੀ ਇਦਾਂ ਗੁਰੂ ਅਰਜਨ ਸਾਹਿਬ ਜੀ ਦੀ ਉੱਪਰੋਂ ਦਾ ਨਿੰਦਾ ਕਰ ਰਹੇ ਨੇ, ਵਿੱਚੋਂ ਉਸਤਤ ਕਰ ਰਹੇ ਨੇ। ਗੁਰ ਅਰਜਨ ਹੀ ਜਾਨ ਅਪਰ ਨਹਿ ਕਿਸ ਲਹੇ। ਪਰ ਗੁਰੂ ਅਰਜਨ ਦੇਵ ਜੀ ਸੁਣ ਕੇ ਅੰਦਰੋਂ ਅੰਦਰ ਹੀ ਮੁਸਕਰਾ ਰਹੇ, ਸਮਝ ਰਹੇ ਨੇ ਵੀ ਕੀ ਹੋ ਰਿਹਾ। ਉਹਨਾਂ ਨੂੰ ਸਮਝ ਆ ਰਹੀ ਹੈ ਵੀ ਸਾਡੀ ਉਸਤਤ ਕਰ ਰਿਹਾ ਮਾਮਾ, ਤੇ ਬਾਕੀਆਂ ਸਿੱਖਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਲੱਗਦਾ। ਉਹਨਾਂ ਸਿੱਖਾਂ ਨੂੰ ਗੁੱਸਾ ਚੜ੍ਹ ਰਿਹਾ, ਕਈ ਤੇ ਹੱਸਦੇ ਵੀ ਹੁਣੇ ਫੜ ਲਈਏ ਜਾ ਕੇ ਇਹਨੂੰ, ਚੁੱਪ ਕਰਾਈਏ, ਸਾਡੇ ਗੁਰੂ ਦੀ ਨਿੰਦਾ ਕਰ ਰਿਹਾ। ਪਰ ਵਸ ਵੀ ਨਹੀਂ ਚੱਲਦਾ, ਕਹਿ ਵੀ ਨਹੀਂ ਸਕਦੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹੁਕਮ ਤੋਂ ਬਿਨਾਂ। ਹਾਂਜੀ, ਸੁਣਤ ਤੰਬੂਰਾ ਹਾਥ ਬਹੁਰ ਗਾਵਨ ਕਰਿਓ। ਗੁਰੂ ਅਰਜਨ ਦੇਵ ਜੀ ਫਿਰ ਹੱਥ ਵਿੱਚ ਤੰਬੂਰਾ ਫੜ ਕੇ ਸ਼ਬਦ ਦਾ ਦੂਸਰਾ ਪਦ ਗਾਣਾ ਸ਼ੁਰੂ ਕੀਤਾ ਹੈ। ਉਹ ਜਿਸ ਮੈਂ ਕੀਰਤ ਦੀਹ ਸ਼ਰਵਨ ਮੈਂ ਰਵ ਪਰਿਓ। ਹਾਂ, ਮਹਾਰਾਜ ਇਹੋ ਜੀ ਬਾਣੀ ਚਾਰਦੇ ਆ ਜਿਹਦੇ ਵਿੱਚ ਬਾਬਾ ਮੋਹਨ ਜੀ ਦੀ ਬੜੀ ਉਸਤਤ, ਉਹਨਾਂ ਦੇ ਬਚਨਾਂ ਦੀ, ਜਿਹੜੇ ਉਹ ਬੋਲ ਰਹੇ ਨਾ, ਉਹਨਾਂ ਬਚਨਾਂ ਦੀ ਗੁਰੂ ਸਾਹਿਬ ਹੁਣ ਸ਼ਲਾਘਾ ਕਰਨ ਲੱਗੇ ਵੀ ਕਮਾਲ ਹੈ ਬਾਬਾ ਜੀ, ਤੁਹਾਡੇ ਬਚਨ ਬੜੇ ਮਿੱਠੇ ਹੈ। ਹਾਂਜੀ, ਸ੍ਰੀ ਮੁਖ ਵਾਕ ਸਤਿਗੁਰੂ ਆਪਣੇ ਸੁਭਾਏ ਮਾਨ ਮੁਖ ਤੋਂ ਇਉਂ ਬੋਲੇ ਹਨ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਮੋਹਨ ਤੇਰੇ ਬਚਨ ਅਨੂਪ, ਬਾਬਾ ਮੋਹਨ ਜੀ, ਮਾਮਾ ਜੀ, ਤੁਹਾਡੇ ਬਚਨ ਬੜੇ ਮਿੱਠੇ ਨੇ, ਬੜੇ ਸੋਹਣੇ ਨੇ, ਉਪਮਾ ਤੋਂ ਰਹਿਤ ਨੇ, ਤੇ ਮਹਾਂਪੁਰਸ਼ੋਂ ਤੁਹਾਡੀ ਚਾਲ ਸਾਰੇ ਸੰਸਾਰ ਤੋਂ ਨਿਆਰੀ ਹੈ। ਤੁਹਾਡੇ ਬਚਨਾਂ ਦੇ ਵਿੱਚ ਸਾਧ ਸੰਗਤ ਦੀ ਸੰਸਾਰੀ ਲੋਕਾਂ ਦੀ ਬੋਲੀ ਹੋਰ ਹੁੰਦੀ, ਸਾਧੂਆਂ ਦੀ ਹੋਰ ਹੁੰਦੀ। ਅਸੀਂ ਮਹਾਂਪੁਰਸ਼ਾਂ ਕੋਲੋਂ ਸੁਣਿਆ ਕਦੇ ਕਹਿੰਦੇ 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਤਾਂ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ। ਸੰਸਾਰ ਨਾਲੋਂ ਬੋਲੀ ਵੱਖਰੀ ਹੁੰਦੀ ਹੈ, ਤੇ ਉਸ ਬੋਲੀ ਦੇ ਵਿੱਚ ਬਾਬਾ ਮੋਹਨ ਬੋਲ ਰਹੇ ਸੀ, ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ। ਤੇ ਮਹਾਰਾਜ ਕਹਿੰਦੇ ਬਾਬਾ ਮੋਹਨ ਜੀ, ਤੇਰੇ ਬਚਨ ਬੜੇ ਸੋਹਣੇ ਨੇ, ਤੇਰੀ ਚਾਲ ਹੀ ਨਿਰਾਲੀ ਹੈ। ਹਾਂਜੀ, ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਮੋਹਨ ਤੂੰ ਮਨ ਹੈ ਏਕ ਜੀ, हे ਬਾਬਾ ਮੋਹਨ ਜੀ, ਤੁਸੀਂ ਇੱਕ ਨੂੰ ਮੰਨਦੇ ਹੋ, ਹੋਰ ਤੁਹਾਡੇ ਵਾਸਤੇ ਮਾਇਆ ਸਭ ਰਾਲੀ, ਭਾਵ ਨਾਸਮਾਨ ਝੂਠੀ ਹੈ। ਹਾਂਜੀ, ਅਵਰ ਸਭ ਰਾਲੀ, ਬਾਕੀ ਸਾਰੇ ਐਵੇਂ ਹੀ ਹੈ, ਰਾਲੀ ਹੈ, ਝੂਠਾ ਹੀ ਸੰਸਾਰ। ਹਾਂਜੀ, ਮਨ ਹੈ ਤਾਂ ਏਕ ਅਲੇਖ ਠਾਕੁਰ। ਹਾਂ, ਤੁਸੀਂ ਇੱਕ ਅਲੇਖ ਵਾਹਿਗੁਰੂ ਪਰਮੇਸ਼ਰ ਨੂੰ ਮੰਨਦੇ ਹੋ, ਬਾਕੀ ਸਭ ਚੀਜ਼ਾਂ ਨੂੰ ਮਿੱਟੀ ਘਟਾਈ ਸਮਝਦੇ ਹੋ, ਮਾਇਆ ਨੂੰ ਤਾਂ ਮਿੱਟੀ ਘਟਾਈ ਸਮਝਦੇ ਹੋ, ਸੰਸਾਰ ਨੂੰ ਇੱਕ ਜੋਤ ਤੋਂ ਬਿਨਾਂ। ਹੋਰ ਤੇ ਨਾਲ ਪ੍ਰਸ਼ਾਦੇ ਦਾ ਵੀ ਪਤਾ ਨਹੀਂ ਸੀ ਬਾਬੇ ਮੋਹਨ ਨੂੰ ਵੀ ਕਿਵੇਂ ਖਾਈਦਾ, ਉਹ ਪਤ ਸੰਸਾਰ ਦੀ ਖੇਡ ਹੀ ਖਤਮ ਹੋ ਚੁੱਕੀ ਸੀ ਉਹਨਾਂ ਵਾਸਤੇ। ਹਾਂਜੀ, ਜਾਨ ਹੈ ਸਭ ਕਲ ਧਾਰੀਆ। ਸਭ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਨੂੰ ਸਮਝਿਆ ਵੀ ਉਹਦੀ ਕਲਾ ਵਰਤ ਰਹੀ, ਸਭ ਉਹੀ ਹੈ। ਹਾਂਜੀ, ਤੁਧ ਬਚਨ ਗੁਰ ਕੈ ਵਸ ਕੀਆ। हे ਬਾਬਾ ਜੀ, ਤੁਸੀਂ ਗੁਰੂ ਦੇ ਬਚਨਾਂ ਨਾਲ ਵਸ ਕਰ ਲਿਆ ਹੈ। ਆਦ ਪੁਰਖ ਬਨਵਾਰੀਆ, ਉਸ ਆਦ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਕਾਬੂ ਕਰ ਲਿਆ, ਜਿਹੜਾ ਕਦੀ ਕਾਬੂ ਨਹੀਂ ਆਉਂਦਾ।
ਤੁਸੀਂ ਬਾਣੀ ਨਾਲ, ਸ਼ਬਦ ਨਾਲ, ਨਾਮ ਜਪ ਕੇ ਉਹਨੂੰ ਪਾ ਲਿਆ ਹੈ। ਤੂੰ ਆਪ ਚਲਿਆ ਆਪ ਰਹਿਆ। हे ਬਾਬਾ ਜੀ, ਆਪ ਹੀ ਤੁਸੀਂ ਚੱਲਣ ਵਾਲੇ ਹੋ, ਆਪ ਹੀ ਟਿਕਣ ਵਾਲੇ ਹੋ, ਕਿਉਂਕਿ ਸਾਰੇ ਘਟਾਂ ਵਿੱਚ ਤੁਹਾਡਾ ਹੀ ਸਰੂਪ, ਮੋਹਨ ਜੀ ਤੁਹਾਡਾ ਹੀ ਸਰੂਪ ਵਿਆਪਕ ਹੈ। ਬੜਾ ਡੂੰਘਾ ਅਰਥ ਹੈ ਸਾਧ ਸੰਗਤ ਜੀ। ਇਹ ਜਿੰਨਾ ਚਿਰ ਪ੍ਰਤੱਖ ਨਹੀਂ ਨਾ ਹੁੰਦਾ ਉਹਨਾਂ ਚਿਰ ਸਮਝ ਨਹੀਂ ਆਉਂਦੀ। ਤੇ ਇਹ ਖੇਡ ਐਸੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪੇ ਭਾਂਡੇ ਦੇ ਪਰੋਸੈ, ਆਪੇ ਹੀ ਬਖਾਵੈ, ਆਪੇ ਜਲ ਸਿੰਘਾ ਦੇ, ਆਪੇ ਚੁਲੀ ਭਰਾਵੈ, ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਉਹ ਅਵਸਥਾ 'ਚ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਨੂੰ ਦੇਖ ਰਹੇ ਨੇ ਕਿ ਸਾਰਾ ਕੁਝ ਆਪ ਹੀ ਕਰਨ ਵਾਲੇ ਹੋ। ਆਪ ਸਭ ਕਲ ਧਾਰੀਆ। ਆਪ ਹੀ ਸਾਰੀ ਕਲਾ ਧਾਰਨ ਕੀਤੀ ਹੋਈ ਹੈ ਮੋਹਨ ਜੀ ਤੁਸੀਂ। ਬਿਨਵੰਤ ਨਾਨਕ ਪੈਜ ਰਾਖੋ। हे ਬਾਬਾ ਜੀ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਤੁਸੀਂ ਪਰਮੇਸ਼ਰ ਰੂਪੀ ਹੋ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਤੇ ਪਰਮੇਸ਼ਰ 'ਚ ਰਤੀ ਜਿੰਨਾ ਵੀ ਫਰਕ ਨਹੀਂ ਹੁੰਦਾ ਸਾਧ ਸੰਗਤ ਜੀ, ਪਰ ਸਾਡੇ ਵਰਗਿਆਂ ਨੂੰ ਕਦੀ ਇਸ ਗੱਲ ਤੇ ਵਿਸ਼ਵਾਸ ਨਹੀਂ ਆ ਸਕਦਾ। ਅਸੀਂ ਕਹਾਂਗੇ ਕਿੱਦਾਂ ਹੋ ਸਕਦਾ, ਦੇਹਧਾਰੀ ਬੰਦਾ ਬ੍ਰਹਮ ਗਿਆਨੀ ਪਰਮੇਸ਼ਰ ਕਿਵੇਂ ਹੋ ਸਕਦਾ? ਪਰ ਗੁਰੂ ਸਾਹਿਬ ਦੀ ਬਾਣੀ ਤਾਂ ਇਹੀ ਕਹਿੰਦੀ ਹੈ, ਅਬ ਤਲ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੇ ਪਛਾਨੀ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਵੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੋ ਆਪ ਪਰਮੇਸ਼ਰ ਦਾ ਰੂਪ ਤੁਸੀਂ ਕਿਰਪਾ ਕਰੋ ਮਹਾਂਪੁਰਸ਼ੋ। ਸਭ ਸੇਵਕ ਸਰਨ ਤੁਮਾਰੀਆ। ਅਸੀਂ ਸਭ ਸੇਵਕ ਤੁਹਾਡੀ ਸ਼ਰਨ ਵਿੱਚ ਹਾਂ। ਏਦਾਂ ਇਹ ਦੂਜਾ ਸ਼ੰਦ ਉਚਾਰਿਆ ਬਾਬਾ ਮੋਹਨ ਜੀ ਨੇ ਸੁਣ ਕੇ ਕੀ ਬਚਨ ਕੀਤੇ ਨੇ। ਫਿਰ ਮਹਾਰਾਜ ਪੋਥੀਆਂ ਲੈ ਕੇ ਕਿਵੇਂ ਬਾਬਾ ਜੀ ਪੌੜੀ ਤੋਂ ਉਤਰੇ ਨੇ, ਚੁਬਾਰਾ ਸਾਹਿਬ ਤੋਂ ਬਾਹਰ ਆ ਕੇ ਪੋਥੀਆਂ ਸਤਿਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਤੇ ਗੁਰੂ ਅਰਜਨ ਦੇਵ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਉਹ ਸਾਰਾ ਸੀਨ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ।